ਮੰਜਸਮਾਏ ਆਬੇ ਹਿਆਤ। मनुखता के सांझे रहबर दीन दुनिया के दाते। धन धन साहिब श्री गुरु ग्रंथ साहिब पातशाह जी ने ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਬਖਸ਼ਿਸ਼ ਕੀਤਾ ਹੈ। ਸੋ ਆਪ ਸਰਬੱਤ ਸੰਗਤਾਂ ਬਹੁਤ ਹੀ ਵਡਭਾਗੇ ਹੋ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕੇ ਗੁਰ ਉਪਦੇਸ਼ ਨੂੰ ਬੜੇ ਪਿਆਰ ਟਿਕਾਓ ਇਕਾਗਰਤਾ ਦੇ ਨਾਲ ਸ਼ਰਵਣ ਕੀਤਾ ਹੈ। ਆਓ ਮਨੋਂ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਜੀ। ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਿਲਾਵਲ ਰਾਗ ਦੇ ਅੰਦਰ ਮਹੱਲਾ ਚੌਥਾ। ਭਾਵ ਚੌਥੇ ਗੁਰਦੇਵ ਚੌਥੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਮੁਬਾਰਕ ਉਪਦੇਸ਼ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 799 ਅਤੇ 800 ਦੇ ਅੰਕ ਦੇ ਵਿਚਕਾਰ ਸੁਭਾਏਮਾਨ ਕੀਤਾ ਹੈ। ਤੋ ਸਤਿਗੁਰੂ ਜੀ ਇਸ ਹੁਕਮ ਦੇ ਰਹਾਉ ਵਾਲੇ ਬੰਦ ਅੰਦਰ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਕੀ ਬਖਸ਼ਾਂ ਕੀ ਰਹਿਮਤਾਂ ਸਾਡੀ ਝੋਲੀ ਵਿੱਚ ਪਾ ਰਹੇ ਹਨ ਜੀ। ਮੇਰੇ ਮਨ ਹਰ ਗੁਣ ਹਰ ਉਚਰਾਂ। ਸਤਿਗੁਰੂ ਜੀ ਕਹਿ ਰਹੇ ਨੇ ਐ ਮੇਰੇ ਮਨ, ਬਾਤ ਗੁਰੂ ਨੇ ਆਪਣੇ ਮਨ 'ਤੇ ਲਾ ਕੇ ਕਹੀ। ਸਾਹਿਬ ਜੀ ਕਹਿ ਰਹੇ ਹਨ ਐ ਮੇਰੇ ਮਨਾ, ਆਪਣੇ ਮਨ ਦੇ ਅੰਦਰ ਆਪਣੇ ਹਿਰਦੇ ਅੰਦਰ ਰੱਬ ਜੀ ਦੀ ਸਿਫਤੋ ਸਲਾਹ ਕਰ, ਉਸ ਦੇ ਗੁਣਾਂ ਦਾ ਉਚਾਰਨ ਕਰ। ਕਿਉਂਕਿ ਭਾਗਾਂ ਵਾਲਿਓ ਗੁਰੂ ਕੇ ਨਾਮ ਤੋਂ ਬਿਨਾ ਮਨੁੱਖ ਸੰਸਾਰ ਦੇ ਵਿੱਚ ਡੁੱਬੇਗਾ। ਗੁਰੂ ਕੇ ਨਾਮ ਤੋਂ ਬਿਨਾ ਇਸ ਸੰਸਾਰ ਦੇ ਵਿੱਚ ਖੁਆਰ ਹੋਵੇਗਾ, ਖੱਜਲ ਹੋਵੇਗਾ, ਠੋਕਰਾਂ ਖਾਵੇਗਾ, ਜੰਮਣ ਮਰਨ ਦੀ ਭਰਮਾਈ ਪਵੇਗੀ। ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਕੇ ਨਾਮ ਨੂੰ ਉਚਰੇਗਾ, ਗੁਰੂ ਕੇ ਨਾਮ ਨੂੰ ਪੜ੍ਹੇ ਸੁਣੇ ਵਿਚਾਰੇਗਾ। ਜਦੋਂ ਜੀਵਨ ਵਿੱਚ ਲਾਗੂ ਕਰ ਲਿਆ ਤੇ ਚੇਤਾ ਰੱਖੀ ਸੰਸਾਰ ਦੇ ਵਿੱਚ ਰਹਿੰਦਿਆਂ ਰੱਬ ਜੀ ਦੇ ਨਾਲ ਸਾਂਝ ਬਣ ਜਾਵੇਗੀ। ਸੰਸਾਰ ਵਿੱਚ ਰਹਿੰਦਿਆਂ ਕਰਤੇ ਵਿੱਚ ਅਭੇਦ ਹੋ ਜਾਵੇਗਾ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੁ। ਸਤਿਗੁਰੂ ਜੀ ਕਹਿ ਰਹੇ ਨੇ ਜਿਸ ਨੇ ਗੁਰੂ ਕੇ ਚਰਨਾਂ ਵਿੱਚ ਆ ਕੇ ਮਸਤਕ ਟੇਕ ਦਿੱਤਾ, ਭਾਵ ਮੱਥਾ ਟੇਕ ਦਿੱਤਾ, ਗੁਰੂ ਨੇ ਮੱਥੇ ਦੇ ਭਾਗ ਬਦਲ ਦਿੱਤੇ। ਸਾਹਿਬ ਜੀ ਕਹਿ ਰਹੇ ਹਨ ਮੇਰਾ ਹੀ ਯਰੈ ਰਤਨ ਨਾਮ ਹਰ ਵਸਿਆ। ਜਦੋਂ ਗੁਰੂ ਕੇ ਚਰਨਾਂ ਵਿੱਚ ਚੱਲ ਕੇ ਆਇਆ, ਸਤਿਗੁਰਾਂ ਨੇ ਰਹਿਮਤ ਕੀਤੀ, ਪਿਆਰ ਦੇ ਨਾਲ ਮੇਰੇ ਗੁਰੂ ਨੇ ਮੇਰੇ ਮਸਤਕ ਤੇ ਹੱਥ ਰੱਖਿਆ। ਭਾਗਾਂ ਵਾਲਿਓ ਹੱਥ ਉਸ ਦੇ ਮਸਤਕ ਤੇ ਗੁਰੂ ਨੇ ਰੱਖਿਆ ਜਿਸ ਨੇ ਭਰੋਸਾ ਗੁਰੂ ਤੇ ਕੀਤਾ, ਜਿਸ ਨੇ ਭਾਵਨਾ ਗੁਰੂ ਤੇ ਬਣਾ ਲਈ। ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਨੇ ਮੱਥੇ ਦੇ ਭਾਗ ਬਦਲ ਦਿੱਤੇ, ਗੁਰੂ ਨੇ ਮੱਥੇ ਦੀਆਂ ਰੇਖਾਵਾਂ ਬਦਲ ਦਿੱਤੀਆਂ ਤੇ ਸਤਿਗੁਰੂ ਜੀ ਕਹਿ ਰਹੇ ਨੇ ਭਾਗ ਵੱਡੇ ਬਣਾ ਦਿੱਤੇ। ਵੱਡਾ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ। ਤੇ ਨਾਲ ਸਤਿਗੁਰਾਂ ਨੇ ਸਾਨੂੰ ਤਰੀਕਾ ਵੀ ਦੱਸ ਦਿੱਤਾ ਵੱਡੇ ਭਾਗ ਬਣਨਗੇ ਕਿਸ ਤਰ੍ਹਾਂ।
ਕਰੋੜਾਂ ਅਪਰਾਧ ਤੇਰੇ ਖਤਮ ਹੋ ਜਾਣਗੇ। ਪਰ ਗੁਰੂ ਦੇ ਦਰ ਤੇ ਸੇਵਾ ਕਰੀ, ਕਰੋੜਾਂ ਅਪਰਾਧ ਖਤਮ ਹੋ ਜਾਣਗੇ। ਗੁਰੂ ਦੇ ਦਰ ਤੇ ਸੇਵਾ ਕਰਨ ਦੇ ਨਾਲ ਜੀਵਨ ਸਫਲ ਹੋ ਜਾਵੇਗਾ। ਸਤਿਗੁਰੂ ਜੀ ਕਹਿ ਰਹੇ ਨੇ ਜਨਮਾਂ ਜਨਮਾਂ ਦੀ ਭਰਮਾਈ ਖਤਮ ਹੋ ਜਾਵੇਗੀ। ਮਨੁੱਖ ਅੰਦਰ ਸਭ ਤੋਂ ਵੱਡੀ ਬਾਤ ਭਾਗਾਂ ਵਾਲਿਓ ਸੇਵਾ ਦੇ ਨਾਲ ਨਿਮਰਤਾ ਆਉਂਦੀ ਹੈ। ਮਨੁੱਖ ਕਹਿੰਦਾ ਹੈ ਮੈਂ ਪਾਠ ਪੈਸੇ ਦੇ ਕੇ ਕਰਾ ਲੇ, ਮੈਂ ਅਰਦਾਸ ਪੈਸੇ ਦੇ ਕੇ ਕਰਾ ਲੇ, ਮੈਂ ਸੇਵਾ ਵੀ ਪੈਸੇ ਦੇ ਕੇ ਕਰਾ ਲਵਾਂਗਾ। ਗੁਰੂ ਕਹਿ ਰਿਹਾ ਹੈ ਜਿਤਨਾ ਸਮਾਂ ਆਪਣੇ ਹੱਥੀਂ ਸੇਵਾ ਨਹੀਂ ਕਰੇਗਾ, ਆਪਣੇ ਮੁਖ ਦੇ ਨਾਲ ਬਾਣੀ ਪੜ੍ਹੇਗਾ ਨਹੀਂ ਪੜ੍ਹ ਸਕਦਾ, ਭਾਵਨਾ ਦੇ ਨਾਲ ਬਾਣੀ ਨੂੰ ਸੁਣ। ਜੇ ਬਾਣੀ ਪੜ੍ਹੇਗਾ ਨਹੀਂ, ਬਾਣੀ ਸੁਣੇਗਾ ਨਹੀਂ, ਬਾਣੀ ਨੂੰ ਸਮਝੇਗਾ ਨਹੀਂ ਤੇ ਸਤਿਗੁਰੂ ਜੀ ਕਹਿ ਰਹੇ ਹਨ ਮਤਾ ਕਿਤੇ ਸਮਝੀ ਇਸ ਦਾ ਫਲ ਮੈਨੂੰ ਪ੍ਰਾਪਤ ਹੋਵੇਗਾ। ਜਿਤਨਾ ਜਿਸ ਨੇ ਸੇਵਾ ਕੀਤੀ ਭਾਵੇਂ ਤੂੰ ਨੌਕਰਾਂ ਤੋਂ ਕਰਾ ਲਈ, ਤੇ ਗੁਰੂ ਕਹਿ ਰਿਹਾ ਹੈ ਚੇਤਾ ਰੱਖੀ ਫਲ ਵੀ ਨੌਕਰਾਂ ਨੂੰ ਮਿਲੇਗਾ। ਇੱਥੇ ਹੱਥੀਂ ਸੇਵਾ ਕਰਨ ਵਾਲਿਆਂ ਨੂੰ ਫਲ ਮਿਲਦਾ ਹੈ। ਭਾਗਾਂ ਵਾਲਿਓ ਪੈਸਾ ਤੇ ਸਤਿਗੁਰੂ ਜੀ ਬਾਣੀ ਸਮਝਾ ਰਹੀ ਹੈ ਹੱਥਾਂ ਦੀ ਮੈਲ ਹੈ। ਪੈਸਾ ਅੱਜ ਹੈ ਕੱਲ ਨਹੀਂ, ਕੱਲ ਹੈ ਪਰਸੋਂ ਨਹੀਂ। ਸਤਿਗੁਰੂ ਜੀ ਕਹਿ ਰਹੇ ਹਨ ਇਹ ਤੇ ਆਉਂਦਾ ਜਾਂਦਾ ਰਹਿੰਦਾ ਹੈ, ਕਾਚਾ ਧਨ ਫੁਨ ਆਵੇ ਜਾਏ। ਸਤਿਗੁਰਾਂ ਨੇ ਸੰਸਾਰ ਦਾ ਧਨ ਕੱਚਾ ਕਿਹਾ ਹੈ, ਕਹਿੰਦੇ ਫੁਨ ਆਵੇ ਜਾਏ, ਆਉਂਦਾ ਰਹਿੰਦਾ ਹੈ ਚਲਾ ਜਾਂਦਾ ਹੈ। ਸਤਿਗੁਰਾਂ ਦੀ ਬਾਣੀ ਇਸ ਲਈ ਗੁਰਮੁਖੋ ਸਾਨੂੰ ਸਮਝਾ ਰਹੀ ਹੈ ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਹਰ ਹਰ ਮਿਲ ਸੰਗਤ ਪਾਰ ਪਰੂ। ਸਤਿਗੁਰੂ ਜੀ ਕਹਿ ਰਹੇ ਹਨ ਵੇਖ ਤੇਰਾ ਜੀਵਨ ਸਫਲ ਕਿਵੇਂ ਬਣੇਗਾ, ਜਦੋਂ ਸੰਗਤ ਵਿੱਚ ਆ ਕੇ ਬੈਠੇਗਾ, ਸੰਗਤ ਕਰੇਗਾ। ਤੇ ਸਤਿਗੁਰਾਂ ਨੇ ਕਹਿ ਦਿੱਤਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੈ ਕੀ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਸਤਿਗੁਰੂ ਜੀ ਕਹਿ ਰਹੇ ਹਨ ਜਦੋਂ ਗੁਰੂ ਕੇ ਚਰਨਾਂ ਵਿੱਚ ਆਉਣਾ ਹੈ, ਇਕੱਤਰ ਹੋ ਕੇ ਭਾਵਨਾ ਦੇ ਨਾਲ ਬੈਠ ਜਾਣਾ ਹੈ। ਕਹਿਣ ਲੱਗੇ ਗੁਰਮੁਖ ਹੋਏ ਸਫਾ ਵਿਛਾਏ, ਭਾਵ ਜੋ ਦਰੀਆਂ ਆਦਿਕ ਵਿਸ਼ੀਆਂ ਨੇ ਇਹਨਾਂ ਤੇ ਬਿਰਾਜਮਾਨ ਹੋ ਜਾਣਾ ਹੈ ਬੜੇ ਪਿਆਰ ਬੜੇ ਟਿਕਾਓ ਦੇ ਨਾਲ। ਇੱਕ ਸੰਗਤ ਦੀ ਗੁਰੂ ਨੇ ਬਾਤ ਕੀਤੀ ਤੇ ਕਹਿ ਰਹੇ ਹਨ ਇਸੇ ਤਰ੍ਹਾਂ ਆਪਣੇ ਮਨ ਦੇ ਅੰਦਰ ਉਹ ਮਨ ਨੂੰ ਤਿਆਰ ਕਰ ਲੈ, ਮਨ ਰੂਪੀ ਸਿੰਘਾਸਨ ਤਿਆਰ ਕਰ ਜਿਸ ਤੇ ਗੁਰੂ ਨੇ ਬਿਰਾਜਮਾਨ ਹੋਣਾ ਹੈ। ਜੇ ਮਨ ਅੰਦਰ ਵਲ ਛਲ ਚੁੱਕੀ ਫਿਰਦਾ ਹੈ, ਮਨ ਅੰਦਰ ਆਪਣੀਆਂ ਸਿਆਣਪਾਂ ਚੁੱਕੀ ਫਿਰਦਾ ਹੈ, ਭਾਗਾਂ ਵਾਲਿਓ ਅਸੀਂ ਤੇ ਗੁਰੂ ਕੇ ਚਰਨਾਂ ਵਿੱਚ ਸਿੱਖਣ ਵਾਸਤੇ ਆਉਣਾ ਸੀ, ਪਰ ਅਸੀਂ ਗੁਰੂ ਘਰ ਆ ਕੇ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ। ਆਹ ਕੰਮ ਇਦਾਂ ਨਹੀਂ ਹੋਣਾ ਚਾਹੀਦਾ, ਆਹ ਕੰਮ ਇਦਾਂ ਹੋਵੇ, ਆਹ ਕੰਮ ਇਦਾਂ ਹੋਵੇ। ਸਾਨੂੰ 10 ਗੁਰੂ ਸਾਹਿਬਾਨਾਂ ਦੇ ਨਾਵਾਂ ਦਾ ਪਤਾ ਨਹੀਂ ਹੁੰਦਾ, ਮਰਜ਼ਾਦਾ ਸਮਝਾਉਣ ਲੱਗ ਜਾਂਦੇ ਹਾਂ। ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਜਦੋਂ ਤੇਰੇ ਮਨ ਅੰਦਰ ਨਿਮਰਤਾ ਆ ਗਈ, ਜਦੋਂ ਤੇਰੇ ਮਨ ਅੰਦਰ ਪਿਆਰ ਆ ਗਿਆ, ਟਿਕਾਓ ਆ ਗਿਆ, ਫਿਰ ਭਾਵਨਾ ਦੇ ਨਾਲ ਗੁਰੂ ਤੋਂ ਸਿੱਖੇਗਾ, ਫਿਰ ਭਾਵਨਾ ਦੇ ਨਾਲ ਗੁਰੂ ਦੀ ਸਿੱਖਿਆ ਲਵੇਂਗਾ, ਫਿਰ ਗੁਰੂ ਦੀ ਸਿੱਖਿਆ ਤੇ ਕਟਾਕਸ਼ ਨਹੀਂ ਕਰੇਗਾ, ਗੁਰੂ ਦੀ ਸਿੱਖਿਆ ਤੇ ਉਂਗਲ ਨਹੀਂ ਉਠਾਵੇਂਗਾ। ਕਈ ਵਾਰ ਇਦਾਂ ਵੀ ਹੁੰਦਾ ਹੈ, ਬੰਦਾ ਕਹਿੰਦਾ ਹੈ ਆ ਇਦਾਂ ਨਹੀਂ ਸੀ ਹੋਣਾ ਚਾਹੀਦਾ, ਆ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਜਦੋਂ ਸਤਿਗੁਰੂ ਜੀ ਕਹਿ ਰਹੇ ਹਨ ਸਿੱਖਿਆ ਲੈ ਲਈ, ਫਿਰ ਭਾਣੇ ਦੇ ਵਿੱਚ ਆ ਜਾਵੇਂਗਾ। ਇੱਕ ਹਰ ਰੋਜ਼ ਮਨੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਿਆ ਕਰੇ। ਪੈਸਾ ਵਿਆਜੂ ਦਿੰਦਾ ਸੀ, ਲੋਕਾਂ ਦੇ ਨਾਲ ਰੱਜ ਕੇ ਧੋਖਾਧੜੀ ਕਰਦਾ ਸੀ, ਪਰ ਇੱਕ ਪੰਕਤੀ ਗੁਰਮੁਖੋ ਸੰਗਤ ਵਿੱਚ ਉਸਨੇ ਬੈਠ ਕੇ ਸੁਣ ਲਈ, ਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ। ਸੁਖਮਨੀ ਸਾਹਿਬ ਜੀ ਦੀ ਇੱਕੋ ਪੰਕਤੀ ਦਾ ਰਟਨ ਲਾਈ ਜਾਇਆ ਕਰੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਵਾਰ ਵਾਰ ਉਹੀ ਪੰਕਤੀ ਪੜ੍ਹੀ ਜਾਇਆ ਕਰੇ। ਸਿੱਖਾਂ ਨੇ ਜਾ ਕੇ ਗੁਰੂ ਨੂੰ ਕਿਹਾ ਸਤਿਗੁਰੂ ਜੀ ਕੇਵਲ ਇੱਕ ਹੀ ਪੰਕਤੀ ਇਹ ਮਨੁੱਖ ਪੜ੍ਹਦਾ ਹੈ। ਸਤਿਗੁਰਾਂ ਦੇ ਪਾਸ ਆਏ ਤੇ ਗੁਰਮੁਖੋ ਗੁਰੂ ਨੇ ਬੁਲਾਇਆ ਤੇ ਗੁਰੂ ਜੀ ਕਹਿਣ ਲੱਗੇ ਹਾਂ ਵੀ ਸਿੱਖਾ ਤੂੰ ਇੱਕੋ ਪੰਕਤੀ ਵਾਰ-ਵਾਰ ਮੁੜ ਕੇ ਪੜ੍ਹਦਾ ਹੈ। ਤੂੰ ਕਹਿੰਦਾ ਜੀ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਤੁਸੀਂ ਆਪ ਹੀ ਤੇ ਲਿਖਿਆ ਹੈ ਗੁਰੂ ਸਿੱਖਾਂ ਦੇ ਬੰਧਨ ਕੱਟ ਦਿੰਦਾ ਹੈ। ਗੁਰੂ ਕਹਿਣ ਲੱਗੇ ਇਸ ਵਿੱਚ ਕੋਈ ਸ਼ੱਕ ਨਹੀਂ, ਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ, ਪਰ ਅਗਲੀ ਪੰਕਤੀ ਵੀ ਪੜ੍ਹ ਲੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਗੁਰੂ ਜੀ ਕਹਿਣ ਲੱਗੇ ਸ਼ਰਤ ਹੈ ਜੇ ਵਿਕਾਰਾਂ ਤੋਂ ਹਟੇਗਾ, ਜੇ ਆਪਣੇ ਮਨ ਨੂੰ ਤਿਆਰ ਕਰੇਗਾ, ਆਪਣੇ ਮਨ ਦੇ ਵਿੱਚੋਂ ਧੋਖਾ ਧੜੀਆਂ ਵਹਿਮ ਕੱਢੇਗਾ, ਭਰਮ ਕੱਢੇਗਾ, ਆਪਣੇ ਹੱਥੀ ਭਾਵਨਾ ਦੇ ਨਾਲ ਸੇਵਾ ਕਰੇਗਾ ਤਾਂ ਤੇਰੇ ਬੰਧਨ ਕੱਟੇ ਜਾਣਗੇ।
ਕਿਵੇਂ ਕੱਟੇ ਜਾਣਗੇ? ਸਤਿਗੁਰ ਸਿੱਖ ਕੋ ਨਾਮ ਧਨ ਦੇ। ਜਦੋਂ ਗੁਰੂ ਨੇ ਸਿੱਖ ਨੂੰ ਨਾਮ ਰੂਪੀ ਧਨ ਦੇ ਦਿੱਤਾ ਤੇ ਸਾਹਿਬ ਕਹਿ ਰਹੇ ਹਨ, ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਤੇ ਇੱਥੇ ਸਤਿਗੁਰਾਂ ਨੇ ਕਹਿ ਦਿੱਤਾ, ਮਸਤਕ ਲਿਖਤ ਲਿਖੇ ਗੁਣ ਗਾਏ। ਭਾਗ ਵੱਡੇ ਬਣਾ ਦਿੱਤੇ। ਮੱਥੇ ਦੀਆਂ ਰੇਖਾਵਾਂ ਗੁਰੂ ਨੇ ਬਦਲ ਦਿੱਤੀਆਂ। ਮੱਥੇ ਦੇ ਮਸਤਕ ਦੇ ਭਾਗ ਗੁਰੂ ਨੇ ਲਿਖ ਦਿੱਤੇ। ਕਹਿਣ ਲੱਗੇ ਗੁਣ ਗਾਏ। ਫਿਰ ਜੀਵਨ ਵਿੱਚ ਇਬਾਦਤ ਹੀ ਹੁੰਦੀ ਹੈ, ਮਿਲ ਸੰਗਤ ਪਾਰ ਪਰੋ। ਤੇ ਗੁਰੂ ਨੇ ਕਹਿ ਦਿੱਤਾ, ਸੰਗਤ ਵਿੱਚ ਆ ਕੇ ਜੀਵਨ ਤੋਂ ਪਾਰ ਹੋ ਸਕੇਗਾ। ਸੰਗਤ ਵਿੱਚ ਆ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੇਗਾ। ਸੰਗਤ ਵਿੱਚ ਆ ਕੇ ਸੰਸਾਰਕ ਸੁੱਖ ਲੈ ਸਕਦਾ ਹੈ। ਸੰਗਤ ਵਿੱਚ ਆ ਕੇ ਜੀਵਨ ਦਾ ਢੰਗ ਮਿਲ ਜਾਵੇਗਾ। ਇਸ ਲਈ ਸਿੱਖਿਆ ਸੰਗਤ ਵਿੱਚੋਂ ਹੀ ਮਿਲਣੀ ਹੈ। ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਰਹਿਮਤ ਕੀਤੀ। ਰਹਾਉ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਸਤਿਗੁਰੂ ਜੀ ਕਹਿ ਰਹੇ ਹਨ, ਆਵੋ ਸੰਤ ਐ ਗੁਰਮੁਖ ਜਨੋ, ਰੱਬ ਜੀ ਨੂੰ ਧਿਆਉਣ ਵਾਲਿਓ, ਗੁਰੂ ਤੇ ਭਰੋਸਾ ਕਰਨ ਵਾਲਿਓ, ਮਿਲੋ ਮੇਰੇ ਭਾਈ। ਭਾਵ ਸਤਿਗੁਰਾਂ ਨੇ ਕਹਿ ਦਿੱਤਾ, ਆਪਣੇ ਭਰਾ ਸਾਰੇ ਇਕੱਤਰ ਹੋ ਕੇ ਬੈਠੋ, ਕਿਉਂਕਿ ਗੁਰਮੁਖੋ ਸੰਸਾਰ ਵਿੱਚ ਸਾਰੇ ਭਾਈ ਹਾਂ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਹਿ ਦਿੱਤਾ, ਸਿੱਖ ਸਿੱਖ ਨੂੰ ਕਿਸ ਤਰ੍ਹਾਂ ਮਿਲੇ? ਜਦੋਂ ਸਿੱਖ ਮਿਲੇ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਸਤਿਗੁਰੂ ਜੀ ਕਹਿ ਰਹੇ ਹਨ, ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ, ਮਨ ਅੰਦਰ ਭਾਵਨਾ ਕੈਸੀ ਹੋਵੇ? ਕਿਉਂਕਿ ਪੁਰਾਣਾ ਸਮਾਂ ਸੀ ਜਦੋਂ ਗੁਰੂ ਜੀ ਦੇ ਦੀਦਾਰ ਕਰਕੇ ਸੰਗਤਾਂ ਆਉਂਦੀਆਂ ਸਨ। ਤੇ ਭਾਗਾਂ ਵਾਲਿਓ, ਸਤਿਗੁਰਾਂ ਦੇ ਦਰਸ਼ਨ ਕਰਕੇ ਜੋ ਸਿੱਖ ਆਉਂਦਾ ਸੀ, ਗੁਰੂ ਕਾ ਸਿੱਖ ਉਸ ਦੀ ਉਡੀਕ ਕਰਦਾ ਰਹਿੰਦਾ ਕਿ ਉਹ ਸਿੱਖ ਗੁਰੂ ਦੇ ਬਚਨ ਸੁਣ ਕੇ ਆਇਆ ਹੈ। ਇੱਦਾਂ ਗੁਰਮੁਖੋ ਪਾਖੰਡ ਨਹੀਂ ਕਿ ਗੁਰੂ ਕੋਲੋਂ ਆਇਆ ਹੈ ਇਸ ਦੇ ਪੈਰੀ ਹੱਥ ਲਾਵਾਂ। ਸਤਿਗੁਰਾਂ ਨੇ ਸਾਨੂੰ ਫਤਿਹ ਦਿੱਤੀ ਹੈ। ਗੁਰੂ ਕਹਿ ਰਿਹਾ ਹੈ, ਜੇ ਇੱਜ਼ਤ ਕਰਦਾ ਹੈ, ਸਨਮਾਨ ਕਰਦਾ ਹੈ ਤੇ ਗੱਜ ਕੇ ਫਤਿਹ ਬੁਲਾ। ਇੱਕ ਸੱਜਣ ਕਹਿੰਦਾ ਹੈ, ਜਿਹਦੀ ਬੁੱਲਾਂ ਵਿੱਚ ਫਤਿਹ ਉਹਦੀ ਕੁੱਲਾਂ ਵਿੱਚ ਫਤਿਹ, ਜਿਹਦੀ ਜ਼ਬਾਨ ਉੱਤੇ ਫਤਿਹ ਉਹਦੀ ਜਹਾਨ ਉੱਤੇ ਫਤਿਹ। ਤੇ ਭਾਗਾਂ ਵਾਲਿਓ, ਅਸੀਂ ਫਤਿਹ ਬੁਲਾਉਣ ਤੋਂ ਵੀ ਝਿਜਕਦੇ ਹਾਂ, ਅਸੀਂ ਸ਼ਰਮ ਮਹਿਸੂਸ ਕਰਦੇ ਹਾਂ। ਸਤਿਗੁਰੂ ਜੀ ਕਹਿ ਰਹੇ ਹਨ, ਫਤਿਹ ਬੁਲਾ ਕੇ ਤਾਂ ਵੇਖ 4 ਵਾਰ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ। ਇਸ ਲਈ ਗੁਰੂ ਜੀ ਨੇ ਗੁਰਮੁਖੋ ਸਾਨੂੰ ਕਿਹਾ, ਸਿੱਖ ਸਿੱਖ ਨੂੰ ਕਿਸ ਤਰ੍ਹਾਂ ਮਿਲੇ? ਇੱਕ ਸੱਜਣ ਕਹਿੰਦਾ ਹੈ, 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੈ, ਮਿਲੈ ਹੈ 7 ਕਰੋੜ। ਇੱਕ ਮਨੁੱਖ ਦੇ ਸਰੀਰ ਦਾ ਵਿਗਿਆਨੀਆਂ ਨੇ 350 ਕਰੋੜ ਰੋਮ ਮੰਨਿਆ ਹੈ। 350 ਕਰੋੜ ਵਾਲ ਇੱਕ ਮਨੁੱਖ ਦੇ ਸਰੀਰ ਤੇ ਮੰਨਿਆ ਹੈ। ਤੇ ਭਾਗਾਂ ਵਾਲਿਓ, ਜਦੋਂ 2 ਗੁਰਸਿੱਖ ਮਿਲਦੇ ਨੇ, ਦੋਨਾਂ ਦੇ ਰੋਮ ਮਿਲ ਕੇ 7 ਕਰੋੜ ਹੋ ਗਏ। ਕਹਿਣ ਲੱਗੇ, ਗੁਰੂ ਕਾ ਸਿੱਖ ਸਾਹਮਣੇ ਆ ਰਿਹਾ ਹੈ, ਦੂਜਾ ਸਿੱਖ ਦੂਜੇ ਪਾਸਿਓਂ ਆ ਰਿਹਾ ਹੈ। ਦੋਨੋਂ ਸਿੱਖਾਂ ਦੀ ਇੱਕ ਦੂਜੇ ਤੇ ਨਿਗਾਹ ਪਈ, ਦੋਨਾਂ ਦੀਆਂ ਅੱਖਾਂ 2-2 ਮਿਲੀਆਂ, 4 ਹੋਈਆਂ। ਤੇ ਕਹਿਣ ਲੱਗੇ, 4 ਮਿਲੇ 64 ਖਿਲੇ। ਤੇ ਗੁਰਮੁਖੋ ਦੋਨਾਂ ਦੇ 32 ਦੰਦ, ਦੋਨੋਂ ਹੱਸ ਕੇ ਗੁਰਸਿੱਖ ਮੱਥੇ ਤੇ ਤਿਉੜੀ ਨਹੀਂ ਪਾਈ। ਅੱਜ ਗੁਰਮੁਖੋ ਕੋਈ ਮਨੁੱਖ ਇੱਕ ਮਨੁੱਖ ਨੂੰ ਦੂਜੇ ਨੂੰ ਮਿਲਦਾ ਹੈ, ਮੱਥੇ ਤੇ ਤਿਉੜੀ ਪਾ ਲੈਂਦਾ ਹੈ, ਇਹ ਕਿੱਧਰੋਂ ਮੱਥੇ ਲੱਗ ਗਿਆ? ਪਰ ਪੁਰਾਣਾ ਸਮਾਂ ਵੇਖੋ, ਕਹਿੰਦੇ 4 ਮਿਲੇ 64 ਕਿਲੇ, ਦੋਨੋਂ ਇੱਕ ਦੂਜੇ ਨੂੰ ਮਿਲੇ, ਅੱਖਾਂ ਦੇ ਵਿੱਚ ਅੱਖਾਂ ਪਈਆਂ। ਭਾਗਾਂ ਵਾਲਿਓ, ਦੋਨਾਂ ਦੀਆਂ ਅੱਖਾਂ ਆਪਸ ਮਿਲੀਆਂ ਤੇ ਕਹਿਣ ਲੱਗੇ, 64 ਕਿਲੇ, ਦੋਨੋਂ ਹੱਸ ਕੇ ਗੁਰਸਿੱਖ, 32 ਦੰਦ, ਦੋਨਾਂ ਗੁਰਮੁਖੋ ਗੁਰਸਿੱਖਾਂ ਦੇ ਹੱਸੇ। ਤੇ ਸਾਹਿਬ ਜੀ ਕਹਿ ਰਹੇ ਹਨ, 64 ਹੋਏ। ਤੇ ਉਸ ਤੋਂ ਬਾਅਦ ਕਹਿਣ ਲੱਗੇ, ਗੁਰਸਿੱਖ ਕੋ ਗੁਰਸਿੱਖ ਮਿਲੈ ਹੈ 7 ਕਰੋੜ। 4 ਮਿਲੇ 64 ਕਿਲੇ, ਮਿਲੇ 20 ਕਰ ਜੋਰ। ਦੋਨਾਂ ਨੇ ਆਪਣੇ ਹੱਥਾਂ ਦੀਆਂ 10-10 ਉਂਗਲਾਂ ਗੁਰਮੁਖੋ ਹੱਥ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜਦੋਂ ਹੱਥ ਜੋੜ ਕੇ ਬੁਲਾਏ। ਦੋਨਾਂ ਦੀਆਂ 10-10 ਉਂਗਲਾਂ 20 ਹੋਈਆਂ। ਤੇ ਸਤਿਗੁਰੂ ਜੀ ਦੀ ਬਾਣੀ ਕਹਿ ਰਹੀ ਹੈ, ਕਿਵੇਂ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲੇ? ਕਹਿਣ ਲੱਗੇ, 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੈ ਹੈ 7 ਕਰੋੜ। ਫਿਰ ਦੋਨੋਂ ਗੁਰਸਿੱਖ ਆਪਸੀ ਗਲਵਕੜੀ ਪਾ ਕੇ ਮਿਲੇ।
ਦੋਨਾਂ ਦੇ 350 ਕਰੋੜ ਮਨੁੱਖ ਦਾ ਸਰੀਰ ਤੇ ਰੋਮ, ਦੋਨਾਂ ਦਾ ਮਿਲਿਆ 700 ਕਰੋੜ ਰੋਮ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਤੇਰੇ ਜੀਵਨ ਵਿੱਚ ਵੀ ਇਸ ਤਰ੍ਹਾਂ ਪਿਆਰ ਹੋਵੇ। ਜਦੋਂ ਸਿੱਖ ਨੂੰ ਮਿਲੇ ਵੱਡੇ ਪਿਆਰ ਦੇ ਨਾਲ ਮਿਲੇ ਤੇ ਮਨ ਅੰਦਰ ਨਿਮਰਤਾ ਹੋਵੇ, ਮਨ ਅੰਦਰ ਦੂਜੇ ਪ੍ਰਤੀ ਸਤਿਕਾਰ ਹੋਵੇ, ਮਨ ਅੰਦਰ ਦੂਜੇ ਪ੍ਰਤੀ ਇੱਜ਼ਤ ਹੋਵੇ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਜਦੋਂ ਗੁਰੂ ਕੇ ਦਰ ਤੋਂ ਸਿੱਖ ਆਉਂਦਾ ਹੈ, ਗੁਰਮੁਖੋ ਸਤਿਗੁਰੂ ਜੀ ਪਿਆਰ ਦੇ ਨਾਲ ਰਹਿਣ ਦੀ ਸਿੱਖਿਆ ਦਿੰਦੇ ਨੇ। ਸਤਿਗੁਰੂ ਜੀ ਸਾਡੇ ਅੰਦਰ ਪਿਆਰ ਭਰ ਰਹੇ ਨੇ, ਕਿਉਂਕਿ ਗੁਰੂ ਵੀ ਪਿਆਰ ਦਾ ਭੁੱਖਾ ਹੈ। ਗੋਵਿੰਦ ਭਾਉ ਭਗਤ ਕਾ ਭੁੱਖਾ, ਭਾਉ ਤੋਂ ਭਾਵ ਪਿਆਰ, ਭਗਤ ਤੋਂ ਭਾਵ ਇਬਾਦਤ। ਗੁਰੂ ਕੇਵਲ ਪਿਆਰ ਰੂਪੀ ਭਗਤੀ ਦਾ ਭੁੱਖਾ ਹੈ। ਜਦੋਂ ਪਿਆਰ ਗੁਰੂ ਨੂੰ ਕਰਾਂਗੇ ਭਾਗਾਂ ਵਾਲਿਓ, ਜੀਵਨ ਸੁਖਾਲਾ ਹੋ ਜਾਵੇਗਾ। ਇਸ ਲਈ ਪਿਆਰ ਤੋਂ ਬਿਨਾ ਰੱਬ ਵੀ ਨਹੀਂ ਮਿਲੇਗਾ, ਭਾਵੇਂ ਜਿਤਨੇ ਮਰਜ਼ੀ ਮਹਿੰਗੇ ਚੜਾਵੇ ਚੜਾਈ ਜਾਏ। ਸਤਿਗੁਰੂ ਜੀ ਕਹਿ ਰਹੇ ਹਨ, ਜੇ ਪਿਆਰ ਗੁਰੂ ਨੂੰ ਕਰੇਗਾ, ਬੱਚਿਆਂ ਵਾਲੀ ਭੋਲੇਪਨ ਦੇ ਵਿੱਚ ਰੱਬ ਮਿਲਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਸਪਸ਼ਟ ਕਹਿ ਦਿੱਤਾ, ਭੋਲਾ ਭਾਏ ਮਿਲੇ ਰਘੁਰਾਇਆ। ਭੋਲੇਪਨ ਦੇ ਵਿੱਚ ਜਿਵੇਂ ਬੱਚਿਆਂ ਦੀ ਮੱਤ ਹੈ, ਬੱਚਿਆਂ ਦੀ ਮੱਤ ਵਿੱਚ ਵਲ ਛਲ ਕੋਈ ਨਹੀਂ। ਸਤਿਗੁਰੂ ਜੀ ਕਹਿ ਰਹੇ ਹਨ, ਬੱਚਿਆਂ ਵਾਂਗੂ ਮੱਤ ਭੋਲੀ ਕਰ ਲੈ, ਭੋਲੇਪਨ ਦੇ ਵਿੱਚ ਰੱਬ ਤੈਨੂੰ ਮਿਲੇਗਾ। ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ, ਆਓ ਸੰਤ ਮਿਲੋ ਮੇਰੇ ਭਾਈ। ਐ ਸੰਤ ਜਨੋ, ਰੱਬ ਜੀ ਦੇ ਪਿਆਰਿਓ, ਰੱਬ ਨੂੰ ਧਿਆਉਣ ਵਾਲਿਓ, ਮਿਲੋ ਮੇਰੇ ਭਾਈ। ਸਤਿਗੁਰੂ ਜੀ ਕਹਿ ਰਹੇ ਹਨ, ਐ ਮੇਰੇ ਭਰਾਵੋ, ਮਿਲ ਹਰ ਹਰ ਕਥਾ ਕਰੋ, ਮਿਲ ਕੇ ਗੁਰੂ ਕੀਆਂ ਇਬਾਦਤਾਂ ਕਰੋ, ਮਿਲ ਕੇ ਰੱਬ ਜੀ ਦੀ ਗੱਲ ਕਰੋ, ਮਿਲ ਕੇ ਗੁਰੂ ਕੀਆਂ ਬਾਤਾਂ ਪਾਓ, ਇਤਿਹਾਸ ਨੂੰ ਵਿਚਾਰੋ। ਤੇ ਭਾਗਾਂ ਵਾਲਿਓ, ਅੱਜ ਜਦੋਂ ਇਕੱਠੇ ਹੋ ਕੇ ਬਹਿੰਦੇ ਹਾਂ ਤੇ ਅੱਜ ਦੇ ਸਮੇਂ ਦੇ ਵਿੱਚ ਚੁਗਲੀਆਂ ਚੱਲਦੀਆਂ ਹੈ, ਫਲਾਣੇ ਦੇ ਘਰ ਆ ਹੈ, ਢਿਉਂਕੇ ਨੇ ਆ ਕੀਤਾ, ਉਸ ਨੇ ਆ ਕੀਤਾ। ਸਤਿਗੁਰੂ ਜੀ ਕਹਿ ਰਹੇ ਹਨ, ਇਤਨਾ ਸਮਾਂ ਗੁਰੂ ਕੇ ਗਿਆਨ ਦੀ ਸਮਝ ਵਿੱਚ ਲੰਘਾਇਆ ਹੁੰਦਾ ਤੇ ਇਹ ਬੰਦੇ ਤੇਰਾ ਜੀਵਨ ਕੁਝ ਹੋਰ ਹੋਣਾ ਸੀ। ਪੁਰਾਣੇ ਸਮੇਂ ਜਦੋਂ ਗੁਰੂ ਕੇ ਸਿੱਖ ਮਿਲ ਕੇ ਬੈਠਦੇ, ਭਾਗਾਂ ਵਾਲਿਓ, ਬੱਚੇ ਪੁਰਾਣੇ ਸਮੇਂ ਮਾਂ-ਬਾਪ ਦਾ ਇੱਜ਼ਤ, ਮਾਂ-ਬਾਪ ਦਾ ਸਤਿਕਾਰ ਕਿਉਂ ਕਰਦੇ ਸਨ? ਕਿਉਂਕਿ ਆਹੀ ਫਰਕ ਸੀ, ਉਹ ਗੁਰੂ ਦੀਆਂ ਕਹਾਣੀਆਂ, ਗੁਰੂ ਦੀਆਂ ਸਾਖੀਆਂ, ਗੁਰੂ ਕੀ ਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖਦੇ ਸਨ। ਜਦੋਂ ਚਾਰ ਗੁਰਸਿੱਖ ਇਕੱਠੇ ਹੋ ਕੇ ਬੈਠਦੇ ਸਨ, ਗੁਰੂ ਕੀ ਬਾਣੀ ਤੋਂ ਬਿਨਾ, ਗੁਰੂ ਕੇ ਇਤਿਹਾਸ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਹੁੰਦੀ ਸੀ। ਸਿੱਖ ਚੁਗਲੀ ਨਿੰਦਿਆ ਤੋਂ ਪਰਹੇਜ਼ ਕਰਦੇ ਸਨ। ਪਰ ਅੱਜ ਜਦੋਂ ਚਾਰ ਜਾਣੇ ਇਕੱਠੇ ਹੋ ਕੇ ਬੈਠਦੇ ਨੇ, ਅਸੀਂ ਗੁਰਮੁਖੋ ਦੂਜਿਆਂ ਦੀ ਮੈਲ ਧੋਣੀ ਸ਼ੁਰੂ ਕਰ ਦਿੰਦੇ ਹਾਂ। ਤੇ ਬਾਬਾ ਕਬੀਰ ਜੀ ਕਹਿ ਰਹੇ ਹਨ, ਨਿੰਦਕ ਡੂਬਾ, ਕਿਉਂਕਿ ਨਿੰਦਿਆ ਕਰ ਕਰਕੇ ਦੂਸਰੇ ਦੀ ਮੈਲ ਵੀ ਆਪਣੇ ਸਿਰ ਤੇ ਚੁੱਕ ਲਏ। ਪਾਤਸ਼ਾਹ ਜੀ ਕਹਿ ਰਹੇ ਹਨ, ਨਿੰਦਕ ਡੂਬਾ ਹਮ ਉਤਰੇ ਪਾਰ, ਮਨੁੱਖ ਨੇ ਆਪਣੇ ਪਾਪਾਂ ਦੀ ਪੰਡ ਭਾਰੀ ਕਰ ਲਈ। ਬਾਬਾ ਫਰੀਦ ਜੀ ਕਹਿ ਰਹੇ ਹਨ, ਬਾਬਾ ਕਬੀਰ ਜੀ ਕਹਿ ਰਹੇ ਨੇ, ਮੇਰੀ ਨਿੰਦਿਆ ਕਰਨ ਵਾਲਿਆਂ ਨੇ ਸਾਰੇ ਪਾਪ ਆਪਣੇ ਸਿਰ ਤੇ ਲੈ ਲਏ, ਮੈਂ ਸੰਸਾਰ ਤੋਂ ਪਾਰ ਹੋ ਗਿਆ। ਇਸ ਲਈ ਮਿਲ ਹਰ ਹਰ ਕਥਾ ਕਰੋ, ਗੁਰੂ ਕੇ ਚਰਨਾਂ ਵਿੱਚ ਮਿਲ ਕੇ ਜੁੜ ਕੇ ਬੈਠੋ, ਰੱਬ ਜੀ ਦੀ ਇਬਾਦਤ ਕਰੋ ਜੀ। ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰੋ। ਸਤਿਗੁਰੂ ਜੀ ਕਹਿ ਰਹੇ ਹਨ, ਗੁਰੂ ਕਾ ਨਾਮ ਐਸਾ ਜਹਾਜ਼ ਹੈ, ਬੋਹਿਤ ਤੋਂ ਭਾਵ ਜਹਾਜ਼, ਕਲ ਯੁਗ। ਤੇ ਇਸ ਸਮੇਂ ਨੂੰ ਲੋਕ ਮਾੜਾ ਕਹਿੰਦੇ ਨੇ, ਪਰ ਗੁਰੂ ਕਹਿ ਰਿਹਾ ਹੈ, ਇਹ ਸਮਾਂ ਸਭ ਤੋਂ ਚੰਗਾ ਹੈ। ਸਤਿਯੁਗ ਤ੍ਰੇਤਾ ਦੁਆਪੁਰ ਭਣੀਐ, ਕਲ ਯੁਗ ਉਤਮ ਜੁਗਾ ਮਾਹੇ। ਵੇਖੋ, ਸਤਿਗੁਰਾਂ ਨੇ ਪਿਛਲੇ 3 ਯੁਗਾਂ ਨੂੰ ਉੱਤਮ ਨਹੀਂ ਕਿਹਾ, ਕਲ ਯੁਗ ਨੂੰ ਉੱਤਮ ਕਿਹਾ। ਤੇ ਗੁਰੂ ਕਹਿ ਰਿਹਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਸੈ ਥਾਏ। ਜਿਹੜਾ ਮਨੁੱਖ ਕਰੇਗਾ ਭਰੇਗਾ ਵੀ ਉਹ, ਜਿਹੜੇ ਮਨੁੱਖ ਨੇ ਵਿਕਾਰ ਕੀਤੇ ਤੇ ਗੁਰਮੁਖੋ ਇਸੇ ਜਨਮ ਦੇ ਵਿੱਚ ਭੁਗਤਣੇ ਪੈਣਗੇ। ਇਸ ਲਈ ਗੁਰੂ ਜੀ ਕਹਿ ਰਹੇ ਨੇ, ਵੇਖੋ ਇੱਥੇ ਸਮੇਂ ਦੀ ਵੰਡ ਨਹੀਂ। ਜੇ ਕਲਯੁਗ ਦੀ ਗੁਰੂ ਨੇ ਬਾਤ ਕੀਤੀ ਤੇ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ ਇਹ ਵੀ ਸਮਝਾ ਦਿੱਤਾ, ਕੋਈ ਸਮਾਂ ਦੂਜੇ ਸਮੇਂ ਦੇ ਨਾਲੋਂ ਚੰਗਾ ਜਾਂ ਮਾੜਾ ਨਹੀਂ ਹੈ। ਸਮਾਂ ਕੇਵਲ ਇੱਕੋ ਜਿਹਾ ਹੈ। ਸਮੇਂ ਦੀ ਵੰਡ ਮਨੁੱਖਾਂ ਨੇ ਪਾਈ ਹੈ, ਜਾਤੀਆਂ ਪਾਤੀਆਂ ਦੀ ਵੰਡ ਮਨੁੱਖਾਂ ਨੇ ਪਾਈ ਹੈ। ਸਤਿਗੁਰਾਂ ਨੇ ਤੇ ਜੋ ਦੌਰ ਚੱਲ ਰਿਹਾ ਸੀ, ਜੋ ਸਮਾਂ ਚੱਲ ਰਿਹਾ ਸੀ, ਉਸੇ ਦੀ ਉਦਾਹਰਨ ਦੇ ਕੇ ਉਸੇ ਤਰ੍ਹਾਂ ਸਾਨੂੰ ਸਮਝਾ ਦਿੱਤਾ। ਗੁਰਮਤ ਵਿੱਚ ਲਾਲ ਰੰਗ ਦੀ ਕੋਈ ਮਹਾਨਤਾ ਨਹੀਂ, ਪਰ ਵੇਖੋ ਲਾਲ ਰੰਗ ਨੂੰ ਦੁਨੀਆ ਦੇ ਲੋਕ ਬੜਾ ਕੀਮਤੀ ਮੰਨਦੇ ਸਨ।
ਸਤਿਗੁਰਾਂ ਨੇ ਲਾਲ ਰੰਗ ਦੀ ਉਦਾਹਰਨ ਦੇ ਦਿੱਤੀ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵੜ ਭਾਗਾ। ਸੰਸਾਰ ਦੇ ਲਾਲ ਰੰਗ ਨਹੀਂ ਗੁਰਮੁਖੋ, ਗੁਰੂ ਕੀ ਬਾਣੀ ਵਾਲਾ, ਗੁਰੂ ਕੇ ਪਿਆਰ ਵਾਲਾ, ਗੁਰੂ ਕੀ ਸਿੱਖਿਆ ਵਾਲਾ ਲਾਲ ਰੰਗ। ਸਤਿਗੁਰੂ ਜੀ ਕਹਿ ਰਹੇ ਹਨ ਜਿਸ ਦੇ ਮਸਤਕ ਨੂੰ ਲੱਗ ਗਿਆ ਭਾਗ ਵੱਡੇ ਹੋ ਗਏ। ਤੇ ਦੁਨੀਆ ਨੇ ਹੀਰਿਆਂ ਨੂੰ ਬੜਾ ਕੀਮਤੀ ਮੰਨਿਆ, ਸਤਿਗੁਰਾਂ ਨੇ ਉਦਾਹਰਨ ਹੀਰੇ ਦੀ ਦੇ ਦਿੱਤੀ। ਵੇਖੋ ਜੈਸੀ ਚੀਜ਼ ਨੂੰ ਮਨੁੱਖ ਸਭ ਤੋਂ ਕੀਮਤੀ ਮੰਨਦੇ ਸਨ, ਗੁਰੂ ਨੇ ਉਸੇ ਦੀ ਉਦਾਹਰਨ ਦੇ ਕੇ ਸਮਝਾ ਦਿੱਤੀ। ਗੁਰੂ ਜੀ ਕਹਿ ਰਹੇ ਹਨ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਕੌਡੀਆਂ ਦੀ ਕੀਮਤ ਕੋਈ ਨਹੀਂ। ਸਤਿਗੁਰੂ ਜੀ ਕਹਿ ਰਹੇ ਹਨ ਹੀਰਿਆਂ ਵਰਗਾ ਕੀਮਤੀ ਜਨਮ ਕੌਡੀਆਂ ਦੀ ਭਾਂਤੀ ਗਵਾ ਰਿਹਾ ਹੈ। ਇਸ ਲਈ ਭਾਗਾਂ ਵਾਲਿਓ ਸਤਿਗੁਰੂ ਜੀ ਕਹਿ ਰਹੇ ਹਨ ਰੱਬ ਜੀ ਦਾ ਨਾਮ ਐਸਾ ਜਹਾਜ਼ ਹੈ, ਇਸ ਸਮੇਂ ਦੁਆਰਾ ਰੱਬ ਜੀ ਨੂੰ ਧਿਆਉਣਾ ਕਰ। ਖੇਵਟ ਗੁਰ ਸ਼ਬਦ ਤਰੋ, ਖੇਵਟ ਤੋਂ ਭਾਵ ਮਲਾਹ, ਗੁਰੂ ਇਸ ਜਹਾਜ਼ ਦਾ ਮਲਾਹ ਹੈ। ਗੁਰ ਸ਼ਬਦ ਤਰੋ, ਗੁਰੂ ਤੋਂ ਇਹ ਸਿੱਖਿਆ ਲੈ ਲੈ, ਗੁਰੂ ਤੋਂ ਸ਼ਬਦ ਲੈ ਲੈ, ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੀ ਸੰਖੇਪ ਜੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸ਼ਬਦ ਲੰਬੇਰਾ ਹੈ, ਕੇਵਲ 4 ਪੰਕਤੀਆਂ ਦੇ ਵਿਚਾਰ ਗੁਰੂ ਰਹਿਮਤ ਸਦਕਾ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝੀ ਕੀਤੀ। ਪਾਤਸ਼ਾਹ ਜੀ ਵਿਚਾਰਾਂ ਕਰਨ ਦੀ, ਸੇਵਾ ਕਰਨ ਦੀ ਸੋਝੀ ਸਮੱਤ ਦੇਣ ਜੀ। ਹੋਈਆਂ ਭੁੱਲਾਂ ਦੀ ਖਿਮਾ। ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ। ਆਪਣੇ ਬੱਚਿਆਂ, ਸੰਗੀਆਂ, ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੋ ਜੀ, ਤਾਂ ਕਿ